ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੇਤੀ ਆਰਡੀਨੈਂਸਾਂ ਤੇ ਰਾਜ ਸਭਾ 'ਚ ਹੋਏ ਡਰਾਮੇ ਬਾਰੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਰਾਜ ਸਭਾ ਦੇ ਵਿੱਚ ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ। ਜਿਸ ਤਰੀਕੇ ਨਾਲ ਰਾਜ ਸਭਾ 'ਚ ਇਹਨਾਂ ਬਿੱਲਾਂ ਨੂੰ ਪਾਸ ਕੀਤਾ ਗਿਆ, ਉਸ ਤੋਂ ਸਰਕਾਰ ਦੇ ਜਿਹੜੀ ਮਨਸ਼ਾ ਹੈ ਉਹ ਤਾਂ ਸਾਫ਼ ਨਜ਼ਰ ਆ ਰਹੀ ਹੈ ਕਿ ਸਰਕਾਰ ਕੀ ਚਾਹੁੰਦੀ ਹੈ। ਪਰ ਇਸ ਸਾਰੀ ਕਾਰਗੁਜ਼ਾਰੀ ਦੇ ਵਿੱਚ ਰਾਜ ਸਭਾ ਦੀ ਜਿਹੜੀ ਕਾਰਵਾਈ ਹੈ ਉਸ ਨੂੰ ਕਿਵੇਂ ਦੇਖਿਆ ਜਾ ਰਿਹਾ? ਅਸਲ ਦੇ ਵਿੱਚ ਇਹ ਹੈ ਕਿ ਜੇ ਸਰਕਾਰ ਦਾ ਇਹਦਾ ਸ਼ੁਰੂ ਤੋਂ ਲੈ ਕੇ ਨੀਅਤ ਅਤੇ ਐਕਸ਼ਨ ਦੇਖਿਆ ਜਾਏ ਲਗਾਤਾਰ ਹਰ ਐਕਟ ਨਾਲ ਹੀ, ਕਿਉਂਕਿ ਉਹਨਾਂ ਨੇ ਸੋਚਿਆ ਸਮਝਿਆ ਹੁੰਦਾ ਆਪਣੀ ਵਿਚਾਰਧਾਰਾ ਤੋਂ, ਆਪਣੀ ਗੱਲ ਤੋਂ, ਉਹ ਕਿਸੇ ਵੀ ਤਰੀਕੇ ਕਿਸੇ ਵੀ ਹੱਦ ਤੱਕ ਜਾ ਕੇ ਕਿਸੇ ਵੀ ਲੋਕਾਂ ਦਾ ਨੁਕਸਾਨ ਕਰਕੇ ਜਮਹੂਰੀਅਤ ਦੀਆਂ ਧੱਜੀਆਂ ਉਡਾ ਕੇ ਉਹਨੂੰ ਅਮਲ 'ਚ ਲਿਆਉਣਾ ਚਾਹੁੰਦੀ ਹੈ। ਨੋਟਬੰਦੀ ਐਸੇ ਤਰੀਕੇ ਨਾਲ ਕੀਤੀ ਗਈ, 12 ਸੂਬਿਆਂ ਦੇ ਚੀਫ ਮਿਨਿਸਟਰ ਵਿਰੋਧ ਕਰਦੇ ਰਹੇ, ਸਰਕਾਰਾਂ ਵਿਰੋਧ ਕਰਦੀਆਂ ਰਹੀਆਂ, ਨਾਗਰਿਕ ਸੋਧ ਬਿੱਲ ਉਸੇ ਤਰੀਕੇ ਦੇ ਨਾਲ ਕੀਤਾ ਗਿਆ ਔਰ ਇਸੇ ਲਈ ਬਹੁਤ ਇਸ ਤਰੀਕੇ ਦੀਆਂ ਗੱਲਾਂ ਆਈਆਂ। ਖਾਸ ਤੌਰ 'ਤੇ ਹੁਣ ਇਹ ਲੱਗਦਾ ਸੀ ਕਿ ਕਿਸਾਨੀ ਦੇ ਮਾਮਲੇ ਦੇ ਵਿੱਚ ਕੁਝ ਉਹਨਾਂ ਦੇ ਭਾਈਵਾਲਾਂ ਨੂੰ ਥੋੜ੍ਹਾ ਜਿਹਾ ਪਿੱਛੇ ਹਟਣਾ ਪਿਆ, ਜਾਂ ਕਿਤੇ ਗੱਲ ਚੱਲ ਰਹੀ ਹੈ ਥੋੜ੍ਹਾ ਬਹੁਤ ਕਿਸਾਨ ਅੰਦੋਲਨ ਵੀ ਕਰ ਰਹੇ ਨੇ। ਖਾਸ ਤੌਰ 'ਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਤਾਂ ਸੜਕਾਂ 'ਤੇ ਨੇ, ਬਾਕੀ ਜਗ੍ਹਾ 'ਤੇ ਵੀ ਕਿਸਾਨ ਜਿਹੜੀਆਂ ਉਹ 250 ਜਥੇਬੰਦੀ ਲਗਭਗ ਕਿਸਾਨਾਂ ਦੀ ਬਣੀ ਹੋਈ ਹੈ। ਉਹਨਾਂ ਸਭ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਆਪੋ ਆਪਣੇ ਪ੍ਰੋਗਰਾਮ ਉਲੀਕੇ ਨੇ ਅਤੇ ਕੀਤੇ ਹੋਏ ਨੇ ਪੂਰੇ ਦੇਸ਼ ਦੇ ਵਿੱਚ। ਇਹਦੇ ਬਾਵਜੂਦ ਲੋਕ ਸਭਾ ਦੇ ਵਿੱਚ ਤਾਂ ਇੰਨੀ ਜ਼ਿਆਦਾ ਮੈਜੋਰਟੀ ਹੈ, 2/3 ਹੈ, ਉੱਥੇ ਤਾਂ ਛੋਟੀ ਮੋਟੀ ਕੋਈ ਸੁਣਵਾਈ ਦੀ ਗੱਲ ਵੀ ਨਹੀਂ ਹੈ ਬਾਕੀ ਬੰਦਿਆਂ ਦੀ। ਪਰ ਰਾਜ ਸਭਾ ਦੇ ਵਿੱਚ ਅਜੇ ਤੱਕ ਇਹ ਹੈ ਕਿ ਬੀਜੇਪੀ ਕੋਲ ਜਾਂ ਉਹਦੇ ਸਹਿਯੋਗੀਆਂ ਕੋਲ ਪੂਰਾ ਬਹੁਮਤ ਨਹੀਂ ਹੈ। ਥੋੜ੍ਹਾ ਬਹੁਤ ਫਰਕ ਹੈ, ਉਹ ਮੈਨੇਜ ਕਰ ਲੈਂਦੇ ਨੇ ਇੱਧਰ ਉੱਧਰ। ਔਰ ਇਹ ਵੀ ਕਿਹਾ ਜਾਂਦਾ ਰਿਹਾ ਕਿ ਪਹਿਲਾਂ ਵਾਲੀਆਂ ਜਿਹੜੀਆਂ ਵੋਟਾਂ ਉਹ ਮੈਨੇਜ ਕਰਦੇ ਨੇ, ਉਹ ਈਡੀ ਨੂੰ, ਆਈਬੀ ਦੇ ਇੰਟੈਲੀਜੈਂਸ ਦੇ ਮਾਮਲੇ ਦੇ ਵਿੱਚ CBI ਨੂੰ, ਜਿਹੜੇ MP ਨੇ ਜਾਂ ਬਾਕੀ ਨੇ, ਉਹਨਾਂ ਨੂੰ ਡਰਾਉਣ ਧਮਕਾਉਣ ਲਈ ਵੀ ਵਰਤਣ ਦੀਆਂ ਖਬਰਾਂ ਬੜੇ ਵਾਰ ਆਉਂਦੀਆਂ ਰਹਿੰਦੀਆਂ ਨੇ ਕਿ ਉਹ ਸਾਡੇ ਪੱਖ 'ਚ ਵੋਟ ਪਾਏ ਜਾਂ ਉੱਧਰ ਪਾਏ। ਔਰ ਐਤਕੀ ਕਿਸਾਨਾਂ ਦੇ ਮਾਮਲੇ ਸ਼ਾਇਦ ਇਹ ਲੱਗਦਾ ਸੀ ਕਿ ਜੇ ਵੋਟਿੰਗ ਹੁੰਦੀ ਤਾਂ ਵੋਟਿੰਗ ਦੇ ਵਿੱਚ ਇਕੱਲੇ MP ਦਾ ਘੱਟੋ ਘੱਟ ਇਹ ਨਿਸ਼ਾਨਦੇਹੀ ਹੋ ਜਾਂਦੀ ਕਿ ਇਹਨੇ ਇਹਦੇ ਪੱਖ 'ਚ ਪਾਈ ਹੈ। ਅਤੇ ਜਦੋਂ ਫਿਰ ਉਹ ਕਿਸਾਨਾਂ ਨੇ ਇਹ ਸੱਦਾ ਦਿੱਤਾ ਹੋਇਆ ਕਿ ਜਿਹੜਾ ਵੀ ਵਾਪਸ ਆਪਣੇ ਹਲਕਿਆਂ ਦੇ ਵਿੱਚ ਆਊਗਾ ਕਿਸਾਨ ਦੇ ਵਿਰੋਧ 'ਚ ਵੋਟ ਪਾ ਕੇ, ਤਾਂ ਉਹਨੂੰ ਆਪਣੇ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਿਲ ਕੰਮ ਹੋ ਜਾਣਾ ਸੀ। ਇਸੇ ਕਰਕੇ ਜਿਹੜਾ ਇਹ ਫੈਸਲਾ ਜਿਹੜਾ ਕੱਲ੍ਹ ਕੀਤਾ ਗਿਆ, ਉਹ ਮਾਹੌਲ ਦੇ ਵਿੱਚ ਲਗਭਗ ਰਾਜ ਸਭਾ 'ਚ 25 ਬੰਦੇ ਤਾਂ ਕਰੋਨਾ ਦੇ ਕਰਕੇ ਨਹੀਂ ਆਏ ਉਹਦੇ ਉਸ ਚੱਕਰ 'ਚ। ਔਰ ਜੇ ਬਾਕੀ ਬੰਦਿਆਂ ਦੀ ਕੈਲਕੂਲੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਸਾਰੇ ਮਾਮਲੇ ਦੇ ਵਿੱਚ, ਉਹ ਇਸ ਕਿਸਮ ਦੀ ਆ ਰਹੀ ਹੈ ਕਿ ਹੋ ਸਕਦਾ ਗੌਰਮੈਂਟ ਨਾ ਜਿੱਤਦੀ ਉਸ ਮਾਮਲੇ 'ਚ। ਵੈਸੇ ਰਾਜ ਸਭਾ ਦੇ ਰੂਲਾਂ ਦੇ ਮੁਤਾਬਕ ਜਦੋਂ ਕੋਈ ਧਿਰ ਮੰਗ ਕਰਦੀ ਹੈ, ਕੋਈ ਇੱਕ ਧਿਰ ਵੀ ਮੰਗ ਕਰਦੀ ਹੈ ਕਿ ਵੋਟਾਂ ਦੀ ਜਿਹੜੀ ਵੋਟ ਪੈਣੀ ਚਾਹੀਦੀ ਹੈ ਅਤੇ ਡਿਵੀਜ਼ਨ ਹੋਣੀ ਚਾਹੀਦੀ ਹੈ, ਤਾਂ ਇਹ ਜ਼ਿੰਮੇਵਾਰੀ ਬਣਦੀ ਹੈ ਮਤਲਬ ਰਾਜ ਸਭਾ ਦੇ ਨੂੰ ਜਿਹੜਾ ਪ੍ਰੋਜਾਈਡ ਕਰ ਰਿਹਾ ਕੋਈ ਵੀ ਵਿਅਕਤੀ ਹੈ, ਚਾਹੇ ਉਹ ਚੇਅਰਮੈਨ ਹੋਵੇ, ਡਿਪਟੀ ਚੇਅਰਮੈਨ ਹੋਏ ਜਾਂ ਕੋਈ ਦੂਸਰਾ ਕੋਈ ਹੋਰ ਉਪ ਚੇਅਰਮੈਨ ਹੋ, ਕਿ ਉਹ ਵੋਟਿੰਗ ਕਰਾਏ। ਪਰ ਕੱਲ੍ਹ ਜਿਹੜਾ ਆਪੋਜੀਸ਼ਨ ਨੇ ਡਿਮਾਂਡ ਕੀਤੀ, ਮੰਗ ਕੀਤੀ, ਉਹਦੀ ਕੋਈ ਮੰਨੀ ਨਹੀਂ ਗਈ ਕਿਸੇ ਵੀ ਰੂਪ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਜਿਹੜਾ ਸਮਾਂ ਵਧਾਉਣਾ ਸੀ ਰਾਜ ਸਭਾ ਦਾ, ਕਿਉਂਕਿ ਖਤਮ ਹੋ ਰਿਹਾ ਸੀ ਸਮਾਂ, ਅਤੇ ਉਦੋਂ ਆਪਣੇ ਆਪ ਹੀ ਇੱਕ ਮੋਸ਼ਨ ਪੇਸ਼ ਕਰ ਦਿੱਤਾ ਜਾਂਦਾ। ਸਮਾਂ ਆਮ ਤੌਰ 'ਤੇ ਇੱਕ ਰਵਾਇਤ ਹੈ, ਬਹੁਤ ਮਤਲਬ ਸਾਰੇ ਦੇ ਸਾਰੇ ਕਹਿੰਦੇ ਨੇ ਕਿ ਹਾਂ ਆਪਾਂ ਸਮਾਂ ਹੋਰ ਵਧਾ ਲੈਂਦੇ ਹਾਂ, ਤਾਂ ਉਹ ਵੱਧਦਾ ਹੈ ਸਹਿਮਤੀ ਨਾਲ। ਪਰ ਇੱਥੇ ਵਿਰੋਧੀ ਇਹ ਕਹਿੰਦੇ ਰਹੇ ਕਿ ਸਮੇਂ ਦੀ ਲੋੜ ਨਹੀਂ, ਕੱਲ੍ਹ ਤੱਕ ਜਾਰੀ ਰੱਖੋ ਚਰਚਾ ਤਾਂ ਕਿ ਵੋਟਿੰਗ ਲਈ ਵੀ ਟਾਈਮ ਮਿਲੇ। ਉਸ ਗੱਲ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ। ਮਤਲਬ ਜਿਵੇਂ ਇਹ ਹੁੰਦਾ ਵੀ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਤਾਂ ਇਹ ਪਾਸ ਕਰਨਾ, ਤੁਸੀਂ ਜੋ ਮਰਜ਼ੀ ਕਹਿੰਦੇ ਰਹੋ। ਇਹਦੇ 'ਚ ਫਿਰ ਪ੍ਰੋਵੋਕੇਸ਼ਨ ਵੀ ਆਈ। ਤੁਰੰਤ ਲੋਕਾਂ ਨੇ ਕਈਆਂ ਨੇ, ਜਿਵੇਂ TMC ਦੇ ਜਿਹੜੇ ਲੀਡਰ ਨੇ, ਅਤੇ ਉਹਨਾਂ ਨੇ ਜਾ ਕੇ ਮੈਕ ਤੱਕ ਚਲੇ ਗਏ, ਜਾਂ ਜਿਹੜਾ ਰੂਲ ਬੁੱਕ ਵੀ ਪੜ੍ਹੀ, ਜਿਨ੍ਹਾਂ ਦੇ ਹੁਣ 8 ਜਿਹੜੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਵਿੱਚੋਂ ਸਸਪੈਂਡ ਕਰਤੇ ਆਉਂਦੇ ਹੀ ਅੱਜ ਸਵੇਰੇ, ਇਸ ਕਰਕੇ ਕਿ ਤੁਸੀਂ ਜਿਹੜਾ ਅਨੁਸ਼ਾਸਨ ਨਹੀਂ ਮੰਨਿਆ, ਤੁਸੀਂ ਮਰਿਆਦਾ ਦਾ ਖਿਆਲ ਰੱਖਣੀ। ਪਰ ਇਹਦੇ ਵਿੱਚ ਇੱਕ ਉਦੋਂ ਪਹਿਲਾ ਸਵਾਲ ਵੀ ਪੈਦਾ ਹੁੰਦਾ ਹੈ ਕਿ ਐਕਸ਼ਨ ਦਾ ਰਿਐਕਸ਼ਨ ਹੋ ਸਕਦਾ ਠੀਕ ਨਾ ਹੋਵੇ, ਰਿਐਕਸ਼ਨ ਗਲਤ ਵੀ ਹੋ ਸਕਦਾ, ਪਰ ਐਕਸ਼ਨ ਵੀ ਤਾਂ ਗਲਤ ਹੈ। ਜਾਂ ਤੁਸੀਂ ਨਹੀਂ ਮੰਨੇ, ਉਹਦੀ ਮਾਫੀ ਕੌਣ ਮੰਗੇਗਾ, ਉਸ ਗੱਲ ਨੂੰ ਕੌਣ ਦੇਖੇਗਾ? ਔਰ 12 ਪਾਰਟੀਆਂ ਨੇ ਉਸ ਜਿਹੜੇ ਚੇਅਰ ਦੇ ਵਿੱਚ ਬੈਠੇ, ਜਿਹੜੇ ਡਿਪਟੀ ਚੇਅਰਮੈਨ ਜਾਂ ਉਹਦੇ ਬੈਠੇ ਸੀਗੇ, ਉਹਨਾਂ ਦੇ ਖਿਲਾਫ ਪ੍ਰਵੇਲੇਜ ਮੋਸ਼ਨ ਵੀ ਪੇਸ਼ ਕੀਤਾ 12 ਪਾਰਟੀਆਂ ਦੇ MP ਨੇ ਕਿ ਤੁਸੀਂ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ।
ਇਹ ਇੱਕ ਬਹੁਤ ਬੜਾ ਸਵਾਲ ਹੈ ਸਾਡੇ ਪਾਰਲੀਮੈਂਟਰੀ ਸਿਸਟਮ ਤੇ ਹੀ, ਬਲਕਿ ਸਵਾਲ ਹੈ ਓਵਰਆਲ ਸਿਸਟਮ ਤੇ। ਜਿਵੇਂ ਅਦਾਲਤਾਂ ਤੇ ਸਵਾਲ ਉੱਠ ਰਹੇ ਨੇ, ਚੋਣ ਕਮਿਸ਼ਨ ਤੇ ਸਵਾਲ ਉੱਠ ਰਹੇ ਨੇ, ਤੇ ਜੇ ਪਾਰਲੀਮੈਂਟ ਦੇ ਵਿੱਚ ਵੀ ਜਿੱਥੇ ਚੁਣੇ ਹੋਏ ਨੁਮਾਇੰਦਿਆਂ ਨੇ ਜਾ ਕੇ ਲੋਕਾਂ ਦੀ ਗੱਲ ਰੱਖਣੀ ਹੈ, ਪਹਿਲਾਂ ਹੀ ਤੁਸੀਂ ਗੱਲ ਨਹੀਂ ਰੱਖਣ ਦੇ ਰਹੇ, ਔਰ ਜੇ ਗੱਲ ਰੱਖ ਵੀ ਦਿੱਤੀ ਥੋੜ੍ਹੀ ਬਹੁਤ ਤਾਂ ਤੁਸੀਂ ਇਹਨੂੰ ਤਬਦੀਲ ਕਰ ਰਹੇ ਹੋ, ਉੱਥੇ VOTING ਦਾ ਕੋਈ ਗੱਲ ਨਹੀਂ ਕਰ ਰਹੇ, ਤਾਂ ਫਿਰ ਇਹ ਜਮਹੂਰੀਅਤ ਦਾ ਮਜ਼ਾਕ ਜਿਹਾ ਨਜ਼ਰ ਆਉਂਦਾ ਹੈ। ਫਿਰ ਇਹਦਾ ਕੋਈ ਮਤਲਬ ਨਹੀਂ ਬਚਦਾ ਕਿ ਤੁਸੀਂ ਉੱਥੇ ਜਾ ਕੇ ਦੇਖਾਂਗੇ ਜੀ, ਰਾਜ ਸਭਾ 'ਚ ਦੇਖਾਂਗੇ। ਔਰ BJP ਗਵਰਨਮੈਂਟ ਨਾਲ ਇਹ ਹੋ ਚੁੱਕਿਆ ਇਸ ਤੋਂ ਪਹਿਲਾਂ, ਜਦੋਂ 2013 ਦੇ ਵਿੱਚ 2014 ਦੇ ਵਿੱਚ ਹੀ ਜ਼ਮੀਨ ਐਕਵਾਇਰ ਕਰਨ ਵਾਲਾ ਆਰਡੀਨੈਂਸ ਤੇ ਬਿੱਲ ਲਿਆਂਦਾ ਇਹਨਾਂ ਨੇ, ਉਦੋਂ ਰਾਜ ਸਭਾ ਦੇ ਵਿੱਚ ਇਹਨਾਂ ਕੋਲ ਘੱਟ ਗਿਣਤੀ ਸੀ, ਬਾਹਰ ਵੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਹਦਾ ਦਬਾਅ, ਤੇ ਰਾਜ ਸਭਾ ਦੇ ਵਿੱਚ ਘੱਟ ਗਿਣਤੀ ਹੋਣ ਕਰਕੇ ਉਹ ਡਰਾਪ ਹੋ ਗਿਆ ਬਿੱਲ। ਮਤਲਬ ਨਹੀਂ, ਇਹ ਇਹੀ ਕਹਿ ਰਹੇ ਸੀ ਕਿ ਸਿਲੈਕਟ ਕਮੇਟੀ ਨੂੰ ਭੇਜ ਦਿਓ, ਤੇ ਸਿਲੈਕਟ ਕਮੇਟੀ ਨੂੰ ਵੀ ਬਿੱਲ ਨਹੀਂ ਭੇਜਿਆ ਗਿਆ। ਸਿਲੈਕਟ ਕਮੇਟੀ ਦੇ ਵਿੱਚ ਘੱਟੋ ਘੱਟ ਡਿਸਕਸ਼ਨ ਹੋ ਜਾਂਦੀ, ਚਰਚਾ ਹੋ ਜਾਂਦੀ। ਔਰ ਇਹ ਮਤਲਬ ਇਹ ਹੈ ਕਿ ਤੁਸੀਂ ਲਗਾਤਾਰ ਇਹ ਇੱਕ ਮਤਲਬ ਬਿਰਤਾਂਤ ਸਿਰਜ ਰਹੇ ਹੋ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਸਾਨਾਂ ਕੋਲ ਆਪਣੀ ਕੋਈ ਸਮਝ ਨਹੀਂ, ਤੁਸੀਂ ਕਿਸਾਨਾਂ ਦੀ, ਉਹਨਾਂ ਦੀ ਸੋਝੀ ਦੀ ਬੇਇੱਜ਼ਤੀ ਕਰ ਰਹੇ ਹੋ, ਤੇ ਉਹ ਕਿਸੇ ਦੀ ਉਂਗਲ ਤੇ ਚੜ੍ਹ ਕੇ ਜਦ ਮਰਜ਼ੀ ਕੁਝ ਵੀ ਕਰਨ ਲਈ ਤਿਆਰ ਹੋਣਗੇ। ਔਰ ਇੱਕ ਤਾਂ ਤੁਸੀਂ ਉਹਨਾਂ ਦੇ ਖਿਲਾਫ ਕਰ ਰਹੇ ਹੋ, ਉਹਨਾਂ ਦੀ ਰੋਜੀ ਰੋਟੀ ਦਾ ਕ੍ਰਾਈਸਿਸ ਖੜਾ ਕਰ ਰਹੇ ਹੋ, ਨਾ ਕੇਵਲ ਕਿਸਾਨਾਂ ਦੀ ਤਾਂ ਪੂਰੀ ਪੇਂਡੂ ਅਰਥ ਵਿਵਸਥਾ ਦਾ, ਨਾ ਕੇਵਲ ਪੂਰੀ ਪੇਂਡੂ ਅਰਥ ਵਿਵਸਥਾ ਦਾ, ਪੂਰੇ ਸੂਬਿਆਂ ਦਾ, ਪੂਰੀ ਫੈਡਰਲਿਜ਼ਮ ਨੂੰ ਤਹਿਸ ਨਹਿਸ ਕਰ ਰਹੇ ਹੋ। ਤੇ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਕੰਮ ਅਕਲ ਵੀ ਕਹਿ ਰਹੇ ਹੋ ਕਿ ਤੁਹਾਨੂੰ ਨਹੀਂ ਪਤਾ, ਤੁਸੀਂ ਤਾਂ ਸ਼ਾਇਦ ਸਾਡੀ ਗੱਲ ਮੰਨ ਜਾਂਦੇ, ਤੇ ਅਸੀਂ ਮਤਲਬ ਬਾਕੀ ਦੇ ਲੋਕ ਤੁਹਾਨੂੰ ਚੱਕ ਰਹੇ ਨੇ ਜਿਹੜੇ ਨੇ। ਹੁਣ ਪ੍ਰਧਾਨ ਮੰਤਰੀ 2 ਦਿਨ ਤੋਂ ਇਹਨਾਂ ਗੱਲਾਂ ਤੇ ਲੱਗੇ ਹੋਏ ਨੇ, ਇਹੀ ਗੱਲਾਂ ਕਹਿੰਦੇ ਆ ਰਹੇ ਨੇ। ਹਮੀਰ ਜੀ, ਹੁਣ ਵੱਡੀ ਗੱਲ ਇਹ ਵੀ ਹੈ ਵੀ ਕਿ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਹੈਗਾ ਕਿਸਾਨਾਂ ਦਾ ਸਮਰਥਨ ਕਰਦੇ ਆ, ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ, ਤੇ ਇਸੇ ਦਾ ਰਾਜਨੀਤਿਕ ਤੌਰ ਤੇ ਲਾਹਾ ਲੈਣ ਲਈ ਉਹਨਾਂ ਵੱਲੋਂ ਇੱਕ ਦੂਜੇ ਦੇ ਦੋਸ਼ ਵੀ ਲਾਏ ਜਾ ਰਹੇ ਨੇ। ਇਸ ਦੌਰਾਨ ਜਿਹੜਾ ਇਹ ਰਾਜਨੀਤਿਕ ਜਿਹੜਾ ਸੀਨ ਬਣ ਰਿਹਾ, ਇਸ ਨੂੰ ਕਿਵੇਂ ਦੇਖਿਆ ਜਾ ਸਕਦਾ? ਮੈਨੂੰ ਇਹ ਲੱਗਦਾ ਕਿ ਵਿਰੋਧੀ ਧਿਰਾਂ ਵੀ ਜਿਹੜੀਆਂ ਨੇ ਨਾ, ਉਹ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ। ਜੇ ਰਾਜ ਸਭਾ ਦੀ ਉਹ ਮੈਂ ਗੱਲ ਕਰਾਂ ਤਾਂ ਵਿਰੋਧੀ ਪਾਰਟੀਆਂ ਨੇ ਪਹਿਲਾਂ ਮੀਟਿੰਗ ਕਰਕੇ ਜੇ ਸਾਂਝੀ ਰਣਨੀਤੀ ਬਣਾਈ ਹੁੰਦੀ, ਸ਼ਾਇਦ ਗਵਰਨਮੈਂਟ ਇਹ ਨਾ ਕਰ ਪਾਉਂਦੀ। ਹਰੇਕ ਆਪਣੇ ਆਪਣੇ ਨੰਬਰ ਬਣਾਉਣ ਤੇ ਲੱਗਿਆ ਹੋਇਆ ਕਿ ਮੇਰੇ ਬੰਦੇ ਨੇ ਦੇਖੋ ਜੀ ਉੱਥੇ ਆਹ ਕਹਿਤਾ, ਤੇਰੇ ਬੰਦੇ ਨੇ ਆਹ ਕਹਿਤਾ। ਜੇ ਗੰਭੀਰਤਾ ਹੁੰਦੀ, ਟੋਟਲ ਮੀਟਿੰਗ ਕਾਲ ਕੀਤੀ ਹੁੰਦੀ, ਇਹਨੂੰ ਫਲੋਰ ਮੈਨੇਜਮੈਂਟ ਕਹਿੰਦੇ ਨੇ, ਫਲੋਰ ਦੇ ਉੱਤੇ ਤੁਸੀਂ ਇਕੱਠੇ ਦਿਖਾਈ ਦਿੰਦੇ, ਤੇ ਜੇ ਤੁਸੀਂ ਇਕੱਠੇ ਦਿਖਾਈ ਦਿੰਦੇ, ਸਾਰੇ ਵਿਪ ਜਾਰੀ ਕਰਕੇ ਆਪਣੇ ਆਪਣੇ ਬੰਦਿਆਂ ਨੂੰ, ਉੱਥੇ ਬਹੁਗਿਣਤੀ ਤੁਹਾਡੀ ਅੰਦਰ ਸਾਬਤ ਹੁੰਦੀ, ਤੁਸੀਂ ਬਾਹਰ ਬਹੁਗਿਣਤੀ ਮੀਡੀਆ ਕੋਲ ਦਿਖਾ ਸਕਦੇ ਸੀ, ਤੇ ਉਹੀ ਬਹੁਗਿਣਤੀ ਚੱਕ ਕੇ ਰਾਸ਼ਟਰਪਤੀ ਕੋਲ ਲਿਜਾ ਸਕਦੇ ਸੀ। ਜਿਵੇਂ ਜਦੋਂ ਬਹੁਗਿਣਤੀ, ਜਦੋਂ ਵਿਧਾਨ ਸਭਾਵਾਂ 'ਚ ਜਾਂ ਲੋਕ ਸਭਾ ਦੇ ਵਿੱਚ ਜਾਂ ਬਹੁਮਤ ਸਾਬਤ ਕਰਨ ਦਾ ਰੌਲਾ ਆਉਂਦਾ, ਉਹ ਵੀ ਤਾਂ ਤੁਸੀਂ ਹੋਟਲਾਂ 'ਚ ਲਈ ਫਿਰਦੇ ਹੋ, ਆਲੇ ਦੁਆਲੇ ਲਈ ਫਿਰਦੇ ਹੋ। ਇਸ ਕਰਕੇ ਵਿਰੋਧੀ ਧਿਰਾਂ 'ਤੇ ਵੀ ਇਹ ਸਵਾਲ ਬਣਦਾ ਕਿ ਤੁਸੀਂ ਗੰਭੀਰਤਾ ਨਾਲ ਨਹੀਂ ਉਸ ਰੂਪ 'ਚ ਚੱਲ ਸਕੇ। ਇਹੀ ਹਾਲ ਪੰਜਾਬ ਦੀਆਂ ਪਾਰਟੀਆਂ ਦਾ। ਪੰਜਾਬ ਦੇ ਵਿੱਚ ਜਦੋਂ ਉਹ ਗੱਲ ਕਰ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਜੀ ਆਪਾਂ ਤਾਂ ਇਹਨਾਂ ਨੂੰ ਕਹਿ ਰਹੇ 10 ਸਵਾਲ ਕਰ ਰਹੇ ਹਾਂ, ਅਕਾਲੀ ਦਲ ਇਹਨਾਂ ਦਾ ਜਵਾਬ ਦੇ, ਤੇ ਅਕਾਲੀ ਦਲ ਕਹਿ ਰਿਹਾ ਕੈਪਟਨ ਅਮਰਿੰਦਰ ਸਿੰਘ ਆਪਦਾ ਜਵਾਬ ਦੇ, ਉਹਨੇ ਜਿਹੜਾ ਮੈਨੀਫੈਸਟੋ 'ਚ ਇਹ ਕੀਤਾ ਸੀ, ਜੇ ਕੀਤਾ ਸੀ, ਉਹ ਕੀਤਾ। ਉਧਰ ਆਮ ਆਦਮੀ ਪਾਰਟੀ ਦੋਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਪ੍ਰਧਾਨ ਮੰਤਰੀ। ਸਾਡੀਆਂ ਪਾਰਟੀਆਂ ਦਾ ਏਜੰਡਾ 2022 ਦੀ ਚੋਣ ਜਿੱਤਣਾ ਹੈ। ਇਹਦੇ ਤੋਂ ਬਿਨਾਂ ਪੰਜਾਬ ਨਾਲ ਕੀ ਹੋ ਰਿਹਾ ਹੈ, ਪੰਜਾਬ ਦੀ ਹੋਂਦ ਦਾ ਸੰਕਟ ਬੜਾ ਵੱਡਾ ਪੈਦਾ ਹੋ ਗਿਆ ਹੈ। ਮੇਰਾ ਖਿਆਲ ਉਹ ਅਜੇ ਉਹ ਗੰਭੀਰਤਾ ਨਹੀਂ ਆਈ। ਔਰ ਜੇ ਤੁਸੀਂ ਇਹ ਗੱਲ ਕਰਦੇ ਹੋ, ਅੱਜ ਵੀ ਅਕਾਲੀ ਦਲ ਦੇ ਪੱਖ ਤੋਂ ਹਰਸਿਮਰਤ ਕੌਰ ਬਾਦਲ, ਵੱਡੇ ਵੱਡੇ ਪੱਤਰਕਾਰਾਂ ਨੇ ਇੰਟਰਵਿਊ ਕਿੰਨੇ ਵਾਰ ਲਈ ਹੈ, ਉਹ ਇਹ ਕਹਿਣ ਲਈ ਤਿਆਰ ਨਹੀਂ ਹੈ ਨਿੱਜੀ ਤੌਰ ਤੇ ਕਿ ਇਹ ਬਿੱਲ ਜਿਹੜੇ ਨੇ ਇਹ ਲੋਕ ਵਿਰੋਧੀ ਨੇ ਤੇ ਕਿਸਾਨ ਵਿਰੋਧੀ ਨੇ। ਉਹ ਕਹਿੰਦੇ ਮੈਂ ਨਹੀਂ ਕਹਿੰਦੀ, ਕਿਸਾਨ ਕਹਿੰਦੇ ਨੇ, ਮੈਂ ਤਾਂ ਕਹਿੰਦੀ ਹਾਂ ਕਿ ਸਾਡੇ ਤੋਂ ਕਨਵਿੰਸ ਨਹੀਂ ਹੋਇਆ। ਤੇ ਇਹਦਾ ਮਤਲਬ ਤਾਂ ਫਿਰ ਇਹੀ ਜੋ ਮੋਦੀ ਪ੍ਰਧਾਨ ਮੰਤਰੀ ਕਹਿ ਰਿਹਾ, ਕਨਵਿੰਸ ਕਰਾਉਣਾ ਸ਼ੁਰੂ ਕਰ ਦਿਓ ਤੁਸੀਂ। ਫਿਰ ਤੁਸੀਂ ਉਹ ਗੱਲ ਕਰੋ, ਤੁਸੀਂ ਉਹਦੇ ਖਿਲਾਫ ਕਿਉਂ ਕਹਿ ਰਹੇ ਹੋ? ਔਰ ਉਹਦੀ ਪਾਰਟੀ ਵੀ ਇਹ ਨਹੀਂ ਕਹਿ ਰਹੀ, ਦੂਜੇ ਪਾਸੇ ਸੁਖਬੀਰ ਬਾਦਲ ਇਹ ਕਹਿ ਰਹੇ ਨੇ ਕਿ ਇਹ ਬਿੱਲ ਲੋਕ ਕਿਸਾਨ ਵਿਰੋਧੀ ਨੇ। ਇੱਕ ਸਹਿਮਤੀ ਉਸ ਲੈਵਲ 'ਤੇ ਨਹੀਂ ਦਿਖਾਈ ਦੇ ਰਹੀ। ਔਰ ਇਸੇ ਤਰ੍ਹਾਂ ਇਹ ਸਾਰੀਆਂ ਗੱਲਾਂ ਨੇ, ਜੇਕਰ ਇਹ ਜਿਹੜੀ ਬਲੇਮ ਗੇਮ ਹੈ ਇੱਕ ਦੂਜੇ ਤੇ ਇਹ ਕੇਵਲ ਤੇ ਕੇਵਲ ਕਿਸਾਨੀ ਜਿਹੜਾ ਰੋਸ ਹੈ ਉਹਨੂੰ ਆਪਣੇ ਪੱਖ 'ਚ ਵਰਤ ਕੇ ਸਿਆਸੀ ਰਾਹ ਲੈਣ ਦੀ ਅਜੇ ਤੱਕ ਇੱਥੇ ਤੱਕ ਪਹੁੰਚੀ ਹੈ। ਫਿਰ ਵੀ ਕਿਸਾਨੀ ਦੇ ਦਬਾਅ ਹੈ, ਇੱਕ ਚੰਗੀ ਗੱਲ ਹੋਈ ਹੈ, ਤੇ ਫਿਰ ਵੀ ਇਹ ਸਾਰੇ ਇੱਕ ਪਾਲੇ 'ਚ ਆ ਗਏ। 2004 ਤੋਂ ਬਾਅਦ ਪਹਿਲੀ ਵਾਰ ਹੈ ਕਿ ਇੱਕ ਪਾਲੇ 'ਚ ਦਿਖਾਈ ਦੇ ਰਹੇ ਨੇ। ਪਰ ਇੱਕੋ ਪਾਲਾ ਕੰਮ ਨਹੀਂ ਕਰੇਗਾ ਜਿੰਨਾ ਚਿਰ ਤੁਸੀਂ ਸਾਂਝੇ ਤੌਰ 'ਤੇ ਇੱਕ ਪੋਲੀਟੀਕਲ ਅੰਦੋਲਨ ਨੂੰ ਪੈਦਾ ਨਹੀਂ ਕਰਦੇ ਇਸ ਦੇਸ਼ ਦੇ ਵਿੱਚ, ਔਰ ਖ਼ਾਸ ਤੌਰ 'ਤੇ ਪੰਜਾਬ ਤੇ ਹਰਿਆਣੇ ਦੇ ਵਿੱਚ, ਜਦੋਂ ਜਿੱਥੇ ਦੇ ਕਿਸਾਨ ਉਸ ਰੂਪ ਦੇ ਵਿੱਚ ਲੜ ਰਹੇ ਨੇ। ਔਰ ਜਿਵੇਂ ਪਹਿਲਾਂ ਚੀਫ ਮਿਨਿਸਟਰ ਨੇ ਆਲ ਪਾਰਟੀ ਮੀਟਿੰਗ ਬੁਲਾ ਲਈ, ਹੁਣ ਆਲ ਪਾਰਟੀ ਮੀਟਿੰਗ ਕਿਉਂ ਨਹੀਂ ਹੋ ਸਕਦੀ? ਜੇ ਸਾਰੀਆਂ ਕਿਸਾਨ ਯੂਨੀਅਨਾਂ
30 31 ਇਕੱਠੀਆਂ ਹੋ ਗਈਆਂ ਲੋਕਾਂ ਦੇ ਦਬਾਅ ਦੇ ਚੱਕਰ ਦੇ ਵਿੱਚ, ਤਾਂ ਸਿਆਸੀ ਪਾਰਟੀਆਂ ਇਕੱਠੀਆਂ ਕਿਉਂ ਨਹੀਂ ਹੋ ਕੇ ਮਤਲਬ ਇਹਦੇ ਤੇ ਕੰਮ ਕਰਦੀਆਂ? ਔਰ ਸਿਆਸੀ ਪਾਰਟੀਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ, ਔਰ ਇਕੱਠੇ ਹੋ ਕੇ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਵੀ 22 ਦੇਖੀ ਜਾਊ ਜਿਹਦੇ ਜਾਂਦੀ ਹੈ ਜਾਂ ਨਹੀਂ ਜਾਂਦੀ। 22 ਤਾਂ ਜੇ ਬੜੀ ਦੂਰ ਹੈ, ਉਦੋਂ ਪਹਿਲਾਂ ਹੀ ਮਾਮਲਾ ਬੜਾ ਖਤਰਨਾਕ ਸਾਡੇ ਸਾਹਮਣੇ ਆਇਆ ਹੋਇਆ। ਉਹਦੇ ਤੇ ਇੱਕ ਲੋਕ ਅੰਦੋਲਨ ਕਿਵੇਂ ਬਣੇ, ਉਹਦਾ ਕੋਈ ਸੱਦਾ ਇਸ ਰੂਪ 'ਚ ਦੇਣਾ ਚਾਹੀਦਾ। ਜੇ ਸਵਾਲ ਹੀ ਕਰਨੇ ਹੋਣ, ਸਵਾਲ ਤਾਂ ਜਿੱਥੇ ਮਰਜ਼ੀ ਕਰ ਲਓ, ਸਵਾਲ ਤਾਂ ਆਮ ਆਦਮੀ ਪਾਰਟੀ ਤੇ ਵੀ ਕਰ ਲਓ। ਆਮ ਆਦਮੀ ਪਾਰਟੀ ਨੂੰ ਕਹੋ ਤੁਸੀਂ ਫੈਡਰਲਿਜ਼ਮ ਦੀ ਅੱਜ ਕਹਿ ਰਹੇ ਹੋ ਵੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ, ਤੇ ਤੁਸੀਂ ਜੰਮੂ ਕਸ਼ਮੀਰ ਤੋੜਨ ਦੇ ਹੱਕ 'ਚ ਵੋਟ ਪਾਤੀ ਹੈ, ਤੁਸੀਂ ਨਾਗਰਿਕ ਸੋਧ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਤੀ ਹੈ, ਜਿਹੜਾ ਘੱਟ ਗਿਣਤੀ ਦੇ ਵੀ ਖਿਲਾਫ ਹੈ, ਫੈਡਰਲਿਜ਼ਮ ਦੇ ਖਿਲਾਫ ਹੈ। ਔਰ ਇਸੇ ਤਰ੍ਹਾਂ ਜੇ ਅਮਰਿੰਦਰ ਸਿੰਘ ਤੇ ਕਰਨਾ ਹੋਵੇ ਤਾਂ ਅਮਰਿੰਦਰ ਸਿੰਘ ਦੇ ਘਰ ਘਰ ਨੌਕਰੀ ਕਿੱਧਰ ਗਈ? ਤੇ ਅਮਰਿੰਦਰ ਸਿੰਘ ਦੀ ਕਿਸਾਨੀ ਕਰਜ਼ਾ ਮਾਫ, ਆੜਤੀਆਂ ਦਾ ਵੀ ਮਾਫ, ਬੈਂਕਾਂ ਦਾ ਵੀ ਮਾਫ, ਸਭ ਦਾ ਮਾਫ, ਕੇਵਲ 4700 ਕਰੋੜ ਰੁਪਇਆ ਮਾਫ ਕੀਤਾ, 1 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਹੋ ਗਿਆ। ਤੇ ਅਕਾਲੀਆਂ ਦਾ ਤਾਂ ਪਤਾ ਹੀ ਹੈ, ਅਕਾਲੀਆਂ ਤੇ ਕਰਨਾ ਹੋਵੇ ਤਾਂ ਉਹ ਸਾਰੇ ਹੀ ਸਵਾਲ ਹੀ ਨੇ। ਤੁਸੀਂ ਅੱਜ ਵੀ ਐਨਡੀਏ 'ਚ ਕਿਉਂ ਬਣੇ ਹੋਏ ਹੋ, ਤੇ ਜੇਕਰ ਤੁਸੀਂ ਇਹਦਾ ਵਿਰੋਧ ਕਰਦੇ ਹੋ? ਇਸ ਕਰਕੇ ਇਹ ਜਿਹੜੇ ਸਵਾਲ ਤਾਂ ਸਾਰਿਆਂ ਤੇ ਹੀ ਹੋ ਸਕਦੇ ਨੇ, ਪਰ ਹੁਣ ਮੇਰਾ ਖਿਆਲ ਹੈ ਉਹਨਾਂ ਸਵਾਲਾਂ ਤੋਂ ਵੀ ਵੱਡਾ ਸਵਾਲ ਹੈ, ਇਹ ਸਵਾਲ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਕਿ ਸਾਰੇ ਦਰੁਸਤ ਹੋਣ। ਪਰ ਇਦੋਂ ਉੱਚੇ ਉੱਠ ਕੇ ਇੱਕ ਸਾਂਝੇ ਤੌਰ ਤੇ ਹੁਣ ਪੋਲੀਟੀਕਲ ਧਿਰਾਂ ਨੂੰ ਵੀ ਇੱਕ ਉਸੇ ਕਿਸਾਨ ਜਥੇਬੰਦੀਆਂ ਜਿਵੇਂ ਇਕਜੁੱਟ ਹੋ ਗਈਆਂ ਨੇ, ਉਹਨੇ ਸਿਆਸਤ ਇਕਜੁੱਟ ਹੋ ਕੇ ਜਦੋਂ ਸੱਦਾ ਦੇਗੀ ਤਾਂ ਇਹ ਗੰਭੀਰਤਾ ਵੀ ਨਜ਼ਰ ਆਏਗੀ ਤੇ ਗਵਰਨਮੈਂਟ ਤੇ ਪ੍ਰੈਸ਼ਰ ਵੀ ਪਏਗਾ। ਔਰ ਨਰਿੰਦਰ ਮੋਦੀ ਜਿਹੜੇ ਇਹ ਕਹਿ ਰਹੇ ਨੇ, ਉਹਨੂੰ ਤੁਸੀਂ ਇਕੱਠੇ ਜਵਾਬ ਦੇ ਸਕਦੇ ਹੋ। ਅੱਜ ਵੀ ਉਹਨਾਂ ਨੇ ਕਿਹਾ ਬਿਹਾਰ 'ਚ ਉਦਘਾਟਨ ਕਰੋ, ਕਿਉਂਕਿ ਉਹਨਾਂ ਦੇ ਸਾਹਮਣੇ ਬਿਹਾਰ ਇਲੈਕਸ਼ਨ ਹੈ, ਇਦੋਂ ਬਿਨਾਂ ਕੁਝ ਨਹੀਂ ਹੈ। ਅੱਜ 4 ਰਾਜਾਂ ਦਾ ਨਾਂ ਲਿਆ ਜੀ, ਕਿਸ ਐਤਕੀ ਦੇ ਸਾਲ ਦਾਲਾਂ ਦੇ ਮਾਮਲੇ ਦੇ ਵਿੱਚ ਤੇ ਬਾਕੀ ਤੇਲ ਬੀਜਾਂ ਦੇ ਮਾਮਲੇ 'ਚ ਇਹਨਾਂ ਸੂਬਿਆਂ ਦੇ ਵਿੱਚ ਪਿਛਲੇ ਸਾਲ ਨਾਲੋਂ ਆਮਦਨ ਜ਼ਿਆਦਾ ਮਿਲੀ ਹੈ। ਬਿਹਾਰ ਦਾ ਨਾਂ ਨਹੀਂ ਲਿਆ। ਭਾਈ ਸਾਹਿਬ ਜਿੱਥੇ ਜਾ ਰਹੇ ਹੋ ਉੱਥੇ ਪੁੱਛੋ। ਦੂਜੀ ਗੱਲ, ਉਹ 4 ਸੂਬਿਆਂ ਨੂੰ ਪਿਛਲੇ ਸਾਲ ਨਾਲੋਂ ਜ਼ਿਆਦਾ ਮਿਲੀ ਹੈ ਜਾਂ ਐਮਐਸਪੀ ਤੋਂ ਜ਼ਿਆਦਾ ਮਿਲੀ ਹੈ? ਦੋਨਾਂ 'ਚੋਂ ਇਹ ਫੈਸਲਾ ਕਰਨਾ ਪਊਗਾ ਤੁਹਾਨੂੰ ਕਿਸੇ ਨਾ ਕਿਸੇ ਰੂਪ 'ਚ। ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ ਇਸ ਲੈਵਲ ਤੇ ਗੁੰਮਰਾਹ ਕਰਨ ਬਿਆਨ ਦੇਵੇ ਤੇ ਉਹਨੂੰ ਲਗਾਤਾਰ ਕਾਊਂਟਰ ਨਾ ਪੋਲੀਟੀਕਲ ਧਿਰਾਂ ਕਰਦੀਆਂ ਹੋਣ ਤਾਂ ਇੱਕ ਬਹੁਤ ਵੱਡਾ ਇੱਕ ਗੈਪ ਹੈ ਇਸ ਲੈਵਲ ਦੇ ਉੱਤੇ। ਔਰ ਮੈਂ ਉਹ ਕਦੇ ਉਹ ਪੰਜਾਬੀ 'ਚ ਟਵੀਟ ਕਰ ਦਿੰਦੇ ਨੇ, ਕਦੇ ਮੇਰੀ ਗਰੰਟੀ ਹੈ। ਤੁਹਾਡੀ ਗਰੰਟੀ ਸਵਾਮੀਨਾਥਨ ਸੀ, ਤੁਸੀਂ ਸਵਾਮੀਨਾਥਨ ਦੀ ਪਰਿਭਾਸ਼ਾ ਬਦਲੀ ਤੇ ਕਿਸਾਨਾਂ ਨਾਲ ਧੋਖਾ ਕੀਤਾ ਉਸ ਪੱਧਰ ਦੇ ਉੱਤੇ ਜਾ ਕੇ। ਤੁਸੀਂ ਤਾਂ ਨੋਟਬੰਦੀ ਵੀ ਕਰਤੀ, ਤੁਸੀਂ ਕਹਿ ਰਹੇ ਸੀ ਕਿ ਵੱਡੇ ਫੜੇ ਜਾਣਗੇ, ਬੜੇ ਵੱਡੇ ਮਗਰਮੱਛ ਫੜੇ ਜਾਣਗੇ, ਸਾਰੇ ਮਗਰਮੱਛ ਬਾਹਰ ਦੌੜ ਗਏ, ਹਜ਼ਾਰਾਂ ਕਰੋੜਾਂ ਰੁਪਈਆ ਲੈ ਕੇ, ਤੇ ਵਿਚਾਰੇ ਗਰੀਬ ਬੰਦੇ ਲਾਈਨਾਂ 'ਚ ਖੜੇ ਮਰਦੇ ਦਿਖਾਈ ਦਿੱਤੇ ਨੇ। ਤੁਸੀਂ ਕਿਹਾ GST ਦੂਜੀ ਆਜ਼ਾਦੀ ਦੀ ਲੜਾਈ ਹੈ, ਟੈਕਸ ਪ੍ਰਣਾਲੀ 'ਚ ਆਹ ਹੋ ਗਿਆ। ਹੁਣ ਤੁਸੀਂ ਸੂਬਿਆਂ ਨੂੰ ਉਹਦਾ ਹਿੱਸਾ ਵੀ ਦੇਣ ਤੋਂ ਬਾਅਦ ਤੁਹਾਡੇ ਤੇ ਯਕੀਨ ਕਿਉਂ ਕੀਤਾ ਜਾਏ? ਜੇ ਐਡਾ ਭਰੋਸੇ ਦਾ ਸਵਾਲ ਹੁੰਦਾ ਤਾਂ ਲੋਕ ਭਰੋਸਾ ਕਰ ਲੈਂਦੇ। ਲੋਕਾਂ ਦਾ ਭਰੋਸਾ ਬਾਰ-ਬਾਰ ਟੁੱਟਿਆ, ਇਸ ਕਰਕੇ ਸਮੱਸਿਆ ਸਾਡੇ ਸਾਹਮਣੇ ਆਈ ਹੈ। ਹਮੀਰ ਜੀ, ਜਿੱਥੇ ਪ੍ਰਧਾਨ ਮੰਤਰੀ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ, ਉੱਥੇ ਉਹਨਾਂ ਵੱਲੋਂ ਵਾਰ-ਵਾਰ ਇਹ ਵੀ ਕਿਹਾ ਜਾ ਰਿਹਾ ਵੀ ਕਿ ਇਹ ਜਿਹੜੇ ਬਿੱਲ ਹੈ, ਖੇਤੀ ਬਿੱਲ ਹੈ, ਇਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੈ, ਇਸ ਤੋਂ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ। ਤੇ ਨਾਲ ਹੀ ਉਹ ਇਹ ਵੀ ਕਿਸਾਨਾਂ ਨੂੰ ਜਿਹੜਾ ਹੈਗਾ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਕਿ MSP ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ, ਵੀ ਕਿ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਰੇ ਜਿਹੜੇ ਉਸ ਨੂੰ ਪ੍ਰਧਾਨ ਮੰਤਰੀ ਦੇ ਹੈਗੀ ਹੈ, ਇਸ ਤਰ੍ਹਾਂ ਦੇ ਬਿਆਨਾਂ ਨੂੰ ਕਿਵੇਂ ਦੇਖਿਆ ਜਾ ਰਿਹਾ? ਨਹੀਂ, MSP ਜਾਰੀ ਰਹੂਗੀ ਤਾਂ ਕੋਈ ਕਿਸਾਨ ਕਹਿੰਦੇ ਨੇ ਹਾਂਜੀ ਜਾਰੀ ਰਹੂਗੀ। ਤੁਸੀਂ 23 ਫਸਲਾਂ ਦਾ MSP ਜਾਰੀ ਰੱਖ ਰਹੇ ਹੋ। 23 ਫਸਲਾਂ 'ਚੋਂ ਕੇਵਲ ਕਣਕ ਝੋਨਾ, ਉਹ ਵੀ ਸ਼ਾਂਤਾ ਕੁਮਾਰ ਕਮੇਟੀ ਤੁਹਾਡੀ ਕਹਿ ਰਹੀ ਹੈ ਕਿ 6% ਕਿਸਾਨਾਂ ਨੂੰ ਹੀ ਉਹਦਾ ਲਾਭ ਮਿਲ ਰਿਹਾ ਹੈ, ਤੇ ਤੁਸੀਂ ਵੀ ਇਹ ਬੋਲ ਰਹੇ ਹੋ, ਤੁਹਾਡਾ ਮੰਤਰੀ ਲੋਕ ਸਭਾ ਦੀ ਫਲੋਰ ਤੇ ਕਹਿ ਰਿਹਾ ਹੈ ਕਿ ਬਾਕੀ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਨਹੀਂ ਮਿਲਦਾ, ਇਸ ਲਈ ਇਹ ਤਾਂ ਥੋੜ੍ਹਾ ਜਿਹਾ ਏਰੀਆ ਜਿਹੜਾ 86% ਨੂੰ ਆਲਰੇਡੀ ਨਹੀਂ ਮਿਲ ਰਿਹਾ, ਜਿਹੜਾ ਬਲਕਿ 94% ਨੂੰ। ਤੇ ਤੁਸੀਂ ਉਹ ਜਿਹੜੀਆਂ ਬਾਕੀ ਫਸਲਾਂ ਨੇ ਉਹਦਾ ਰੇਟ ਜੇ ਉਦੋਂ ਅੱਧੇ ਤੋਂ ਵੀ ਘੱਟ ਮਿਲ ਰਿਹਾ, ਜੇ ਮੱਕੀ ਜਿਹੜੀ ਹੈ ਪੰਜਾਬ 'ਚ 915 ਤੋਂ ਨਹੀਂ ਵੱਧ ਰਹੀ, ਜੇਕਰ ਕਾਟਨ ਦਾ ਜਿਹੜਾ ਕਪਾਹ ਦੀ ਖਰੀਦ ਹੈ ਉਹ ਲਗਾਤਾਰ ਡਾਊਨ ਜਾ ਰਹੀ ਹੈ, ਜੇਕਰ ਝੋਨਾ ਜਿਹੜਾ ਆ ਰਿਹਾ ਹੁਣ, ਕਿਉਂਕਿ ਤੁਸੀਂ 1 ਅਕਤੂਬਰ ਤੋਂ ਪਹਿਲਾਂ ਖਰੀਦ ਨਹੀਂ ਕਰਦੇ ਪੰਜਾਬ ਦੀਆਂ ਮੰਡੀਆਂ 'ਚ ਵੀ, ਉਹ ਉਦੋਂ ਘੱਟ ਵਿਕ ਰਿਹਾ ਹੈ। ਇਹ ਤਾਂ ਸਾਹਮਣੇ ਲੋਕਾਂ ਨੂੰ ਗਰਾਊਂਡ ਤੇ ਦਿਖਦਾ ਨਾ। ਇਹ ਕਿਹਨੂੰ ਮੂਰਖ ਬਣਾਉਣ ਦੀ ਟਰਾਈ ਕਰ ਰਹੇ ਹੋ ਕਿ ਇਹਦਾ ਵੀ ਨਾ ਪਤਾ ਲੱਗੇ ਲੋਕਾਂ ਨੂੰ? ਇਹ ਤਾਂ ਸ਼ਰੇਆਮ ਸਭ ਨੂੰ ਪਤਾ ਹੈ। ਔਰ ਕੇਸ ਵੀ ਲੋਕਾਂ ਨੇ ਹਾਈ ਕੋਰਟਾਂ 'ਚ ਵੀ ਕੀਤੇ, ਬਾਕੀ ਵੀ ਕੀਤੇ ਕਿ MSP ਦਾ ਮਤਲਬ ਕੀ ਰਹਿ ਗਿਆ ਜੇਕਰ ਤੁਸੀਂ ਇਹਦਾ ਤੇ ਨਹੀਂ ਖਰੀਦਦੇ, ਪਰ ਕੋਈ ਸੱਦ ਪੁੱਛ ਨਹੀਂ ਹੈ। ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਆ ਰਿਹਾ ਵੀ ਕਿ 3.5 ਮਹੀਨੇ ਪਹਿਲਾਂ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਛੋਟੇ-ਛੋਟੇ ਰੋਸ ਪ੍ਰਦਰਸ਼ਨਾਂ ਤੋਂ ਜਿਹੜਾ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਸ਼ੁਰੂ ਕੀਤਾ ਸੀ, ਅੱਜ ਉਹ ਇੱਕ ਐਡਾ ਵੱਡਾ ਅੰਦੋਲਨ ਬਣ ਗਿਆ ਵੀ ਕਿ ਦੇਸ਼ ਭਰ ਦੇ ਵਿੱਚ ਸੈਂਕੜੇ ਜਿਹੜੀ ਜਥੇਬੰਦੀਆਂ, ਸੰਘਰਸ਼ੀਲ ਜਥੇਬੰਦੀਆਂ ਕਿਸਾਨਾਂ ਦੇ ਸਮਰਥਨ 'ਚ ਆ ਗਈਆਂ ਨੇ। ਉੱਥੇ ਮੁਲਾਜ਼ਮ ਜਥੇਬੰਦੀਆਂ ਵੱਲੋਂ, ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਖੜਨ ਦਾ ਐਲਾਨ ਕੀਤਾ ਗਿਆ। ਇਹ ਸਾਰੇ ਜਿਹੜਾ ਅੰਦੋਲਨ ਦਾ ਭਵਿੱਖ ਕਿਸ ਤਰ੍ਹਾਂ ਦਾ ਹੋ ਸਕਦਾ?
ਇਹ ਅੰਦੋਲਨ ਅਜੇ ਤੱਕ ਕਿਸਾਨ ਅੰਦੋਲਨ ਦੇ ਤੌਰ ਤੇ ਆ, ਬਾਕੀ ਸਹਿਯੋਗ ਕਰ ਰਹੇ ਨੇ ਥੋੜਾ ਬਹੁਤ। ਮੈਨੂੰ ਲੱਗਦਾ ਕਿ ਜਦੋਂ ਇਹ ਲੋਕ ਅੰਦੋਲਨ ਚ ਟਰਨ ਕਰੂ, ਲੋਕ ਅੰਦੋਲਨ ਦਾ ਮਤਲਬ ਹੈ ਕਿਸਾਨ ਜਥੇਬੰਦੀਆਂ ਵੀ ਉਹ ਚ ਹੋਣਗੀਆਂ, ਪਰ ਇੱਕ ਸਾਂਝੀਆਂ ਕਮੇਟੀਆਂ ਬਣਨਗੀਆਂ, ਵਿੱਚ ਮਜ਼ਦੂਰਾਂ ਦੇ ਆਗੂ ਵੀ ਬਰਾਬਰ ਦੀ ਭੂਮਿਕਾ ਚ ਹੋਣਗੇ, ਵਿੱਚ ਵਪਾਰੀਆਂ ਦੇ ਆਗੂ ਵੀ ਬਰਾਬਰ ਦੀ ਭੂਮਿਕਾ ਚ ਹੋਣਗੇ। ਜਦੋਂ ਇੱਕ ਪੂਰਾ ਸਮੁੱਚੀ ਧਿਰ ਇਕੱਲੇ ਸਹਿਯੋਗ ਦੇ ਰੂਪ ਚ ਨਹੀਂ, ਫੈਸਲਾ ਕਰਨ ਤਾਕਤ ਦੇ ਰੂਪ ਦੇ ਵਿੱਚ, ਸੱਦਾ ਦੇਣ ਦੇ ਰੂਪ ਦੇ ਵਿੱਚ, ਸਾਰੇ ਰੂਪ ਦੇ ਵਿੱਚ। ਦੂਜੀ ਗੱਲ, ਇੱਕ ਇਹ ਮੈਸੇਜ ਵੀ ਸਪਰੈਡ ਕਰਨਾ ਪਏਗਾ ਹੁਣ ਪੂਰੀ ਤਰ੍ਹਾਂ। ਪੰਜਾਬ ਤੇ ਹਰਿਆਣੇ ਦੇ ਵਿੱਚ ਕਿਸਾਨ ਅੰਦੋਲਨ ਭਖ ਪਿਆ, ਪੂਰੇ ਦੇਸ਼ ਦੇ ਵਿੱਚ ਭਖਾਉਣ ਦੇ ਲਈ ਜਿਹੜੀਆਂ ਜਥੇਬੰਦੀਆਂ ਦੇ ਕੇਡਰ ਹੈ ਜਿੱਥੇ ਵੀ ਉਹਨਾਂ ਨਾਲ ਤਾਲਮੇਲ ਕਰਕੇ, ਤਾਂ ਕਿ ਦੇਸ਼ ਦਾ ਬੜਾ ਵੱਡਾ ਅੰਦੋਲਨ ਬਣੇ। ਔਰ ਦੇਸ਼ ਦਾ ਇਹ ਬੜਾ ਵੱਡਾ ਅੰਦੋਲਨ ਇਸ ਰੂਪ 'ਚ ਬਣੇਗਾ ਜਿਹੜਾ ਪੋਲੀਟੀਕਲ ਰੰਗਤ ਵੀ ਲਏਗਾ। ਸਿਆਸਤ ਆਪਦੇ ਆਪ 'ਚ, ਕਿਉਂਕਿ ਡੀਲ ਤਾਂ ਸਿਆਸਤ ਕਰ ਰਹੀ ਹੈ ਚੀਜ਼ਾਂ ਦੇ ਨਾਲ। ਜੇ ਮੋਦੀ ਸਰਕਾਰ ਨੂੰ ਇਹ ਨਹੀਂ ਪਤਾ ਲੱਗੂਗਾ ਕਿ ਕੱਲ ਅਗਲੀਆਂ ਸਾਡੀਆਂ ਸਰਕਾਰ ਜਿਹੜੇ ਇਲੈਕਸ਼ਨਾਂ ਨੇ ਉਹ 'ਚ ਹਾਰ ਸਕਦੇ ਹਾਂ, ਬਿਹਾਰ ਵੀ ਹਾਰ ਸਕਦੇ ਹਾਂ, ਬਾਕੀ ਵੀ ਹੈ, ਉਨਾ ਚਿਰ ਸਿਆਸਤਦਾਨ ਨਹੀਂ ਸੋਚਦਾ ਕਿਸੇ ਵੀ ਤਰੀਕੇ ਦੇ ਨਾਲ। ਇਸ ਲਈ ਇਹ ਸਮੁੱਚੇ ਦੇਸ਼ ਦੇ ਵਿੱਚ ਅੰਦੋਲਨ ਨੂੰ ਫੈਲਾਉਣਾ ਪਏਗਾ। ਅੰਦੋਲਨ ਦਾ ਰੂਪ ਰੇਖਾ ਜਿਹੜੀ ਹੈ ਉਹ ਕਿਸਾਨੀ ਤੇ ਅਰਥ ਵਿਵਸਥਾ ਤਾਂ ਹੈਗੀ ਹੋਇਆ, ਬੇਰੁਜ਼ਗਾਰੀ ਉਹਦੇ ਨਾਲ ਜੁੜਿਆ ਹੀ ਹੋਇਆ ਸਾਰੇ ਦਾ ਸਾਰਾ ਧੰਦਾ, ਤੇ ਇੱਕ ਇਹ ਤਾਕਤਾਂ ਦਾ ਸਮਤੋਲ ਵੀ ਜੁੜਿਆ ਹੋਇਆ। ਜਿਹੜਾ ਫੈਡਰਲਿਜ਼ਮ ਦਾ ਕੁਐਸਚਨ ਹੈ, ਰਾਜਾਂ ਨੂੰ ਤੁਸੀਂ ਇਸ ਤਰੀਕੇ ਨਾਲ ਨਹੀਂ ਕੁੱਟ ਸਕਦੇ, ਇਹ ਮਤਲਬ ਸਵਾਲ ਪੈਦਾ ਕਰਨਾ ਹੋਏਗਾ ਇਸ ਦੇਸ਼ ਦੇ ਵਿੱਚ ਉਸ ਪੱਧਰ ਦੇ ਉੱਤੇ। ਘੱਟੋ ਘੱਟ ਸਾਰੀਆਂ ਖੇਤਰੀ ਪਾਰਟੀਆਂ ਜਾਂ GST ਨੂੰ ਲੈ ਕੇ ਤਾਂ ਤੰਗ ਹੈਗੀਆਂ ਨੇ, ਬਾਕੀ ਚੀਜ਼ਾਂ ਨੂੰ ਵੀ ਲੈ ਕੇ ਤੰਗ ਨੇ, ਇਸ ਲਈ ਇਹਦੇ 'ਚ ਉਹ ਸਵਾਲ ਵੀ ਹੌਲੀ ਹੌਲੀ ਸ਼ਾਮਲ ਹੋਣਗੇ। ਔਰ ਮੈਨੂੰ ਲੱਗਦਾ ਕਿ ਜਿਸ ਪੱਧਰ 'ਤੇ ਜਾਗਰੂਕਤਾ ਆ ਰਹੀ ਹੈ, ਔਰ ਉਹ ਜਾਗਰੂਕਤਾ ਇਸ ਸੰਘਰਸ਼ ਨੂੰ ਲੰਬੇ ਦਾਅ ਤੋਂ ਲੜੇਗੀ। ਔਰ ਲੰਮੇ ਸੰਘਰਸ਼ ਦੇ ਦੌਰ ਦੇ ਵਿੱਚ ਜਦੋਂ ਹੁੰਦਾ ਤਾਂ ਜਿਹੜਾ ਇਹ ਤੁਸੀਂ ਬਣਾ ਵੀ ਲਿਆ ਬਿੱਲ, ਲੋਕਾਂ ਦੀ ਇੱਛਾ ਤੋਂ ਬਿਨਾਂ, ਜ਼ਮੀਨ 'ਤੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਉਹਨਾਂ ਚਿਰ, ਜਿੰਨਾ ਚਿਰ ਲੋਕਾਂ ਦੀ, ਵੈਸੇ ਵੀ ਦੇਸ਼ਾਂ ਦੇ ਵਿੱਚ ਰਾਜ ਉਹਨਾਂ ਦੇ ਲਈ ਚੱਲਦੇ ਨੇ ਜਿੰਨਾ ਦੇਰ ਤੱਕ ਲੋਕਾਂ ਦੀ ਸਹਿਮਤੀ ਹੁੰਦੀ ਹੈ। ਥੋੜ੍ਹੇ ਘਣੇ ਵਿਰੋਧੀ ਹੁੰਦੇ ਨੇ ਤਾਂ ਕੋਈ ਫਰਕ ਨਹੀਂ ਪੈਂਦਾ, ਜਦੋਂ ਵਿਆਪਕ ਵਿਰੋਧ ਸਟਾਰਟ ਹੋ ਜਾਂਦਾ ਹੁੰਦਾ ਉਦੋਂ ਕਾਨੂੰਨ ਇਕੱਲਾ ਤਾਂ ਕੀ, ਰਾਜ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਕਿਉਂਕਿ ਜਮਹੂਰੀਅਤ ਦੇ ਵਿੱਚ ਲੋਕਾਂ ਦੀ ਰਾਏ ਤੇ ਲੋਕਾਂ ਦੀ ਮੂਵਮੈਂਟ ਬਹੁਤ ਵੱਡੇ ਮਾਅਨੇ ਰੱਖਦੀ ਹੈ। ਜਿੰਨੀ ਜਲਦੀ ਸਾਡੇ ਹੁਕਮਰਾਨ ਆਪਣੇ ਹੰਕਾਰ 'ਚੋਂ ਵਾਪਸ ਆਉਣ, ਉਨਾ ਜਲਦੀ ਇਹ ਦੇਸ਼ ਲਈ ਵੀ ਔਰ ਸੂਬਿਆਂ ਲਈ ਵੀ, ਕਿਸਾਨਾਂ ਲਈ ਵੀ ਤੇ ਬਾਕੀ ਲੋਕਾਂ ਲਈ ਵੀ ਫਾਇਦੇਮੰਦ ਹੋਏਗਾ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਖੇਤੀ ਆਰਡੀਨੈਂਸਾਂ ਖਿਲਾਫ ਜਿਹੜਾ ਇਹ ਸੰਘਰਸ਼ ਸ਼ੁਰੂ ਹੋਇਆ ਸੀ ਉਹ ਅੱਜ ਕਿਸਾਨ ਅੰਦੋਲਨ ਦਾ ਰੂਪ ਧਾਰ ਚੁੱਕਿਆ, ਪਰ ਇਸ ਨੂੰ ਲੋੜ ਹੈ ਹੁਣ ਇੱਕ ਲੋਕ ਅੰਦੋਲਨ ਦਾ ਰੂਪ ਧਾਰਨ ਦੀ, ਤਾਂ ਜੋ ਜਿਹੜੇ ਦੇਸ਼ ਦੇ ਹੁਕਮਰਾਨ ਹੈ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।